Students, let us read the chapter. Mount Everest is the highest point on the planet at 29.028 feet above sea level. Mount Everest is ਜਿਹੜੀ ਹੈਗੀ ਚੋਟੀ, you know it is the highest point of the sea level. Mount Everest ਚੋਟੀ ਹੈ ਜਿਹੜੀ ਸਮੁੰਦਰੀ ਤਲ ਤੋਂ 29,028 ਫੁੱਟ ਜਿਹੜੀ ਉੱਚੀ ਆ, ਭਾਵ ਸਮੁੰਦਰੀ ਤਲ ਤੋਂ ਉਚਾਈ ਇਸ ਦੀ 29,028 ਫੁੱਟ ਹੈ. For many people, reaching Mount Everest peak is once in a lifetime achievement. ਬਹੁਤ ਸਾਰੇ ਲੋਕਾਂ ਦੇ ਲਈ ਮਾਊਂਟ ਐਵਰੈਸਟ ਚੋਟੀ 'ਤੇ ਪਹੁੰਚਣਾ ਇੱਕ ਜ਼ਿੰਦਗੀ ਭਰ ਦੀ ਪ੍ਰਾਪਤੀ ਰਹੀ ਹੈ. This kind of feat requires huge funds, very tough training and very good luck. Feat means ਅਸੀਂ ਸਟੂਡੈਂਟਸ ਪੜ੍ਹਿਆ, feat means ਆ ਬੇਟਾ ਐਡਵੈਂਚਰ, ਠੀਕ ਹੈ. ਦਿਸ ਕਾਈਂਡ ਆਫ ਫੀਟ, ਇਹ ਜਿਹੜਾ ਐਡਵੈਂਚਰ ਆ ਇਹਦੇ ਲਈ ਕੀ ਚਾਹੀਦਾ, ਬਹੁਤ ਸਾਰੇ ਫੰਡ ਚਾਹੀਦੇ ਆ, ਸਾਡੇ ਕੋਲ ਮਨੀ ਹੋਣਾ ਚਾਹੀਦਾ. ਉਸ ਤੋਂ ਬਾਅਦ ਬਹੁਤ ਟਫ ਟ੍ਰੇਨਿੰਗ ਹੁੰਦੀ ਆ, ਔਖੀ ਸਿਖਲਾਈ ਹੁੰਦੀ ਆ ਇਹਦੀ, ਅਤੇ ਸਾਡੀ ਚੰਗੀ ਕਿਸਮਤ ਵੀ ਚਾਹੀਦੀ ਆ. ਜੇਕਰ ਸਾਡੇ ਕੋਲ ਪੈਸਾ ਵੀ ਅਸੀਂ ਸਿਖਲਾਈ ਵੀ ਕਰ ਲਈ ਅਤੇ ਸਾਡੀ ਕਿਸਮਤ ਚੰਗੀ ਨਹੀਂ ਕਿ ਅੱਧ ਵਿਚਕਾਰ ਅਸੀਂ ਜਾ ਕੇ ਅਸੀਂ ਉਸ ਪੁਆਇੰਟ 'ਤੇ ਨਹੀਂ ਪਹੁੰਚ ਸਕੇ. The first people to stand on the top of Everest were local climber. ਸਭ ਤੋਂ ਪਹਿਲਾਂ ਇਸ ਚੋਟੀ ਦੀ ਸਿਖਰ 'ਤੇ ਪਹੁੰਚਣ ਵਾਲੇ ਸੀ ਜਿਹੜੇ ਲੋਕਲ ਕਲਾਈਂਬਰ ਸੀ, ਜਿਹੜੇ ਆਮ ਪਹਾੜਾਂ 'ਤੇ ਚੜ੍ਹਨ ਵਾਲੇ ਹੁੰਦੇ ਆ. ਕੀ ਸੀ ਉਹਨਾਂ ਦਾ ਨਾਂ? ਟੈਂਜਿੰਗ ਨੋਰਗੇ ਐਂਡ ਸਰ ਐਡਮੰਡ ਹਿਲੇਰੀ, ਅ ਮਾਊਂਟੇਨੀਅਰ ਫਰੋਮ ਨਿਊਜ਼ੀਲੈਂਡ ਐਂਡ 1953. ਜਿਹੜੇ ਦੋ ਲੋਕਲ ਕਲਾਈਂਬਰ ਕਿਹੜੇ ਸੀਗੇ ਨਿਊਜ਼ੀਲੈਂਡ ਤੋਂ, ਟੈਂਜਨ ਨੋਰਗੇ ਐਂਡ ਸਰ ਐਡਮੰਡ ਹਿਲੇਰੀ ਸੀ, ਜਿਹੜੇ 1953 ਦੇ ਵਿੱਚ ਸਭ ਤੋਂ ਪਹਿਲਾਂ ਐਵਰੈਸਟ ਦੀ ਚੋਟੀ 'ਤੇ ਪਹੁੰਚੇ ਸੀ. ਸਿੰਸ ਦੈਨ, ਉਸ ਤੋਂ ਬਾਅਦ ਅ ਲੋਟ ਆਫ ਪੀਪਲ ਹੈਵ ਅਚੀਵਡ ਦਿਸ ਫੀਟ. ਬਹੁਤ ਸਾਰੇ ਲੋਕਾਂ ਨੇ ਇਸ ਜੋਖਮ ਨੂੰ ਉਠਾਇਆ, ਇਸ ਐਡਵੈਂਚਰ ਨੂੰ ਕੀਤਾ, ਭਾਵ ਉਹਨਾਂ ਤੋਂ ਬਾਅਦ ਹੋਰ ਵੀ ਲੋਕ ਹੋਏ ਆ ਜਿਹੜੇ ਉਸ ਸ਼ਿਖਰ ਦੇ ਉੱਪਰ ਪਹੁੰਚੇ ਆ. ਸਮ ਆਫ ਦੈਮ ਆਰ ਫਰੋਮ ਇੰਡੀਆ ਟੂ, ਉਹਨਾਂ ਦੇ ਵਿੱਚੋਂ ਕੁਝ ਭਾਰਤੀ ਵੀ ਸਨ. The first Indian to summit Mount Everest was Captain Avatar Singh Cheema, 1933 to 1989 on May 2065. ਸਭ ਤੋਂ ਪਹਿਲਾਂ ਇਸ ਹਾਈਐਸਟ ਸਿਖਰ 'ਤੇ ਪਹੁੰਚਣ ਵਾਲੇ ਜਿਹੜੇ ਇੰਡੀਅਨ ਸੀ ਉਹਨਾਂ ਦਾ ਨਾਂ ਹੈ ਅਵਤਾਰ ਸਿੰਘ ਚੀਮਾ. ਉਹ 20 ਮਈ 1965 ਨੂੰ ਮਾਊਂਟ ਐਵਰੈਸਟ ਦੇ ਸ਼ਿਖਰ 'ਤੇ ਪਹੁੰਚੇ ਸੀ. ਉਹਨਾਂ ਦਾ ਜਨਮ ਸੀ ਜਿਹੜਾ 1933 ਦੇ ਵਿੱਚ ਹੋਇਆ, ਅਤੇ ਡੈਥ ਸੀ ਜਿਹੜੀ 1999 ਦੇ ਵਿੱਚ ਹੋਈ ਸੀ. 1933 to 1989, it means first year their birth year and the last year their death year. He was a captain in 7th Battalion Parachute Regiment at that time. ਜਦੋਂ ਉਹ ਸ਼ਿਖਰ 'ਤੇ ਪਹੁੰਚੇ ਸੀ ਤਾਂ ਉਹ ਕਿਹੜੀ ਪੋਸਟ 'ਤੇ ਸੀ ਉਸ ਸਮੇਂ? ਉਹ 7ਵੀਂ ਬਟਾਲੀਅਨ ਦੀ ਪੈਰਾਸ਼ੂਟ ਰੈਜੀਮੈਂਟ ਦੇ ਵਿੱਚ ਸੀਗੇ. ਲੇਟਰ ਹੀ ਵਾਜ਼ ਪ੍ਰਮੋਟਡ ਟੂ ਪੋਸਟ ਆਫ ਏ ਕਲੋਨਲ. ਬਾਅਦ ਵਿੱਚ ਉਹਨਾਂ ਨੂੰ ਕਰਨਲ ਦੇ ਅਹੁਦੇ ਲਈ ਪ੍ਰਮੋਟ ਕਰ ਦਿੱਤਾ ਗਿਆ. ਪ੍ਰਮੋਟ ਕੀ ਕਰਨਾ? ਉਹਨਾਂ ਨੂੰ ਅਗਲੀ ਪਦਵੀ ਦੇਣੀ, ਹਾਈਐਸਟ ਰੈਂਕ 'ਤੇ ਲੈ ਕੇ ਜਾਣਾ. He was also the 16th person in the world to scale the peak. ਉਹ 16ਵੇਂ ਇਨਸਾਨ ਸਨ ਜਿਨ੍ਹਾਂ ਨੇ ਉਸ ਚੋਟੀ ਨੂੰ ਮਾਪਿਆ, ਭਾਵ ਉਸ ਚੋਟੀ ਦੇ ਉੱਪਰ ਗਏ. ਉਹਨਾਂ ਤੋਂ ਪਹਿਲਾਂ 15 ਲੋਕ ਹੋਰ ਸੀ ਜਿਹੜੇ ਜਾ ਚੁੱਕੇ ਸੀ, ਪਰ ਜਿਹੜੇ ਦਲਜੀਤ ਸਿੰਘ ਚੀਮਾ ਸੀ ਉਹ 16ਵੇਂ ਪਰਸਨ ਸੀ ਜਿਹੜੇ ਉਸ ਚੋਟੀ ਦੇ ਉੱਪਰ ਪਹੁੰਚੇ. He was a part of 3rd Indian expedition led by Commander M.S. Kohli and others. Expedition ਬੇਟਾ ਕੀ ਹੁੰਦਾ ਗਾ? A journey by a group of people for special purpose. ਕੀ ਸੀ ਕਹਿੰਦਾ? ਉਹ ਇਸ ਖਾਸ ਮੁਹਿੰਮ ਦੇ ਵਿੱਚ ਸ਼ਾਮਲ ਸਨ, ਜਿਹੜੀ ਕਿ ਤੀਜੀ ਮੁਹਿੰਮ ਸੀ. ਉਸ ਤੋਂ ਪਹਿਲਾਂ ਦੋ ਮੁਹਿੰਮਾਂ ਦੇ ਦੋ ਗਰੁੱਪ ਸੀ ਜਿਹੜੇ ਉੱਥੇ ਜਾ ਚੁੱਕੇ ਸੀ. ਉਹ ਤੀਜਾ ਗਰੁੱਪ ਸੀ ਜਿਹਦੇ ਵਿੱਚ ਜਿਹੜੇ ਕਮਾਂਡਰ MS ਕੋਹਲੀ ਸਨ ਉਹਨੂੰ ਲੀਡ ਕਰ ਰਹੇ ਸਨ, ਭਾਵ MS ਕੋਹਲੀ ਦੀ
ਅਗਵਾਈ ਦੇ ਵਿੱਚ ਸੀ ਜਿਹੜੇ ਦਲਜੀਤ ਸਿੰਘ ਚੀਮਾ ਸੀ, ਤੀਜੇ ਗਰੁੱਪ ਦੇ ਵਿੱਚ ਉਹ ਗਏ ਸੀਗੇ ਮਾਊਂਟ ਐਵਰੈਸਟ ਚੋਟੀ 'ਤੇ ਚੜ੍ਹਨ ਦੇ ਲਈ। ਕੋਹਲੀ ਵਾਜ਼ ਐਨ ਆਫਿਸਰ ਇਨ ਦਾ ਇੰਡੋ ਤਿੱਬਤਨ ਬਾਰਡਰ ਪੁਲਿਸ। ਜਿਹੜੇ MS ਕੋਹਲੀ ਸੀ ਇੰਡੀਅਨ ਸੀ, ਉਹ ਕਾਹਦੀ ਪੋਸਟ 'ਤੇ ਸੀ? ਇੱਕ ਅਫਸਰ ਸੀ ਇੰਡੋ ਤਿੱਬਤ ਬਾਰਡਰ ਦੇ ਉੱਤੇ, ਜਿਹੜੀ ਸੀਮਾ ਦੇ ਉੱਤੇ ਸੀਮਾ ਵਰਤੀ ਪੁਲਿਸ ਹੁੰਦੀ ਹੈ ਉਹਦੇ ਵਿੱਚ ਇੱਕ ਅਫਸਰ ਸਨ। Both Cheema and Kohli were facilitated by the Indian government with Arjuna Award. Facilitated, we have read honored, ਸਨਮਾਨ ਦੇਣਾ, ਠੀਕ ਹੈ। ਬੋਥ ਦੋਨਾਂ ਨੂੰ, ਕਿਹਨੂੰ ਚੀਮਾ ਨੂੰ ਅਤੇ ਕੋਹਲੀ ਨੂੰ, ਸਰਦਾਰ ਦਲਜੀਤ ਸਿੰਘ ਚੀਮਾ ਨੂੰ ਅਤੇ MS ਕੋਹਲੀ ਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਅਰਜੁਨਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਦੇ ਆਲਸੋ ਰਿਸੀਵਡ ਪਦਮ ਸ਼੍ਰੀ, ਉਹਨਾਂ ਨੇ ਪਦਮ ਸ਼੍ਰੀ ਅਵਾਰਡ ਸੀ ਜਿਹੜਾ ਉਹ ਵੀ ਪ੍ਰਾਪਤ ਕੀਤਾ, ਅਤੇ ਉਹਦੇ ਨਾਲ ਐਂਡ ਪਦਮ ਵਿਭੂਸ਼ਣ ਰਿਸਪੈਕਟਫੁਲੀ। ਅਰਜੁਨਾ ਅਵਾਰਡ ਵੀ ਦਿੱਤਾ ਗਿਆ ਉਹਨਾਂ ਨੂੰ, ਪਦਮ ਸ਼੍ਰੀ ਵੀ ਦਿੱਤਾ ਗਿਆ, ਅਤੇ ਪਦਮ ਵਿਭੂਸ਼ਣ ਅਵਾਰਡ ਸੀ ਜਿਹੜਾ ਉਹ ਵੀ ਉਹਨਾਂ ਨੂੰ ਦਿੱਤਾ ਗਿਆ। ਇਟ ਮੀਨਸ ਉਹਨਾਂ ਦੋਨਾਂ ਨੇ 3 ਅਵਾਰਡ ਸੀ ਜਿਹੜੇ 3 ਅਵਾਰਡ ਪ੍ਰਾਪਤ ਕੀਤੇ ਆ, ਕੋਹਲੀ ਨੇ ਐਂਡ ਚੀਮਾ ਜੀ ਨੇ। ਕਿਹੜੇ ਸੀ? ਅਰਜੁਨਾ ਅਵਾਰਡ, ਪਦਮ ਸ਼੍ਰੀ ਐਂਡ ਪਦਮ ਵਿਭੂਸ਼ਣ। ਕੋਹਲੀ ਵਾਜ ਆਲਸੋ ਗਿਵਨ ਨਿਸ਼ਾਨ-ਏ ਖਾਲਸਾ ਬਾਈ ਪੰਜਾਬ ਗਵਰਨਮੈਂਟ। ਪੰਜਾਬ ਦੀ ਸਰਕਾਰ ਵੱਲੋਂ ਕੋਹਲੀ ਨੂੰ ਨਿਸ਼ਾਨ-ਏ ਖਾਲਸਾ ਦਾ ਖਿਤਾਬ ਸੀ ਜਿਹੜਾ ਉਹ ਵੀ ਦਿੱਤਾ ਗਿਆ। ਅ ਪੋਸਟੇਜ ਸਟੰਪ ਵਾਜ਼ ਡੈਡੀਕੇਟਡ ਟੂ ਦਾ ਸਕਸੈਸ ਆਫ ਦਾ 1965 ਐਵਰੈਸਟ ਐਕਸਪੈਡੀਸ਼ਨ। ਉਹਨਾਂ ਦੇ ਸਨਮਾਨ ਵਿੱਚ, ਸਫਲਤਾ ਦੇ ਸਨਮਾਨ ਦੇ ਵਿੱਚ ਜਿਹੜੀ ਇੱਕ ਪੋਸਟੇਜ ਸਟੈਂਪ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ 1965 ਦੀ ਸਫਲਤਾ ਦੀ ਪ੍ਰਾਪਤੀ ਦੇ ਲਈ। ਐਜ਼ ਵੀ ਕੈਨ ਸੀ ਦੈਟ on your book a post stamp is shown, ਨੀਚੇ ਉਹਦੇ ਲਿਖਿਆ ਹੋਇਆ ਭਾਰਤ ਇੰਡੀਆ। climbing Everest peak is not for untrained mountaineers। ਮਾਊਂਟ ਐਵਰੈਸਟ ਦੀ ਚੋਟੀ 'ਤੇ ਚੜ੍ਹਨਾ ਸਿਖਲਾਈ ਤੋਂ ਬਿਨਾਂ ਬਹੁਤ ਮੁਸ਼ਕਿਲ ਆ ਉਹਨਾਂ ਮਾਊਂਟੇਨੀਅਰਸ ਲਈ ਜਿਹੜੇ ਜ਼ਿਆਦਾ ਟਫ ਟ੍ਰੇਨਿੰਗ ਦੇ ਦੌਰਾਨ ਨਹੀਂ ਗੁਜ਼ਰੇ ਹੁੰਦੇ। ਕਹਿੰਦਾ ਮਾਊਂਟ ਐਵਰੈਸਟ ਦੀ ਚੋਟੀ 'ਤੇ ਚੜ੍ਹਨਾ ਅਣਸਿਖਲਾਈ ਵਾਲੇ ਪਰਬਤ ਆਰੋਹੀਆਂ ਲਈ ਬਹੁਤ ਔਖਾ ਹੈ। ਇਟ ਇਜ਼ ਐਕਸਟ੍ਰੀਮਲੀ ਡੇਂਜਰਸ, ਇਹ ਪੂਰੀ ਤਰ੍ਹਾਂ ਖਤਰੇ ਭਰਿਆ ਹੈ। ਦ ਟਰੈਕ ਆਫ ਦ ਸਮਿਟ ਪੀਕ ਆਫ ਐਵਰੈਸਟ ਟੇਕਸ ਮੰਥਸ ਆਫ ਫਿਜ਼ੀਕਲੀ ਟ੍ਰੇਨਿੰਗ ਐਂਡ ਵੀਕਸ ਟੂ ਐਕਲਾਮਾਈਜੇਸ਼ਨ। ਕੀ ਕਹਿੰਦਾ? ਦ ਲੌਂਗ ਟਰੈਕ ਟੂ ਦ ਸਮਿਟ, ਲੌਂਗ ਜਰਨੀ, ਸਮਿਟ ਮੀਨਜ਼ ਹਾਈਐਸਟ ਪੁਆਇੰਟ, ਠੀਕ ਹੈ। ਹਾਈਐਸਟ ਪੁਆਇੰਟ 'ਤੇ ਪਹੁੰਚਣ ਦੀ ਜਿਹੜੀ ਪਦ ਯਾਤਰਾ, ਪੈਰ ਰਾਹੀਂ ਪੈਦਲ ਯਾਤਰਾ, ਉਹਦੇ ਲਈ ਤੁਹਾਨੂੰ ਕੀ ਚਾਹੀਦਾ? ਟੇਕਸ ਮੰਥਸ ਆਫ ਫਿਜ਼ੀਕਲ ਟ੍ਰੇਨਿੰਗ, ਉਹਦੇ ਲਈ ਤੁਹਾਨੂੰ ਮਹੀਨਾ ਬੱਧੀ ਸਿਖਲਾਈ ਚਾਹੀਦੀ ਆ। ਐਂਡ ਵੀਕਸ ਆਫ ਐਕਲਾਮਾਈਜੇਸ਼ਨ, ਅਤੇ ਆਪਣੇ ਆਪ ਨੂੰ ਐਡਜਸਟ ਕਰਨ ਦੇ ਲਈ, ਉੱਥੋਂ ਦੇ ਵਾਤਾਨੁਕੂਲ ਦੇ ਲਈ ਢਲਣ ਲਈ ਤੁਹਾਨੂੰ ਹਫ਼ਤੇ ਚਾਹੀਦੇ ਆ। ਐਂਡ ਐਡਜਸਟਿੰਗ ਟੂ ਫਿਜ਼ੀਕਲ ਕੰਡੀਸ਼ਨ, ਅਤੇ ਉੱਥੋਂ ਦੀਆਂ ਜਿਹੜੀਆਂ ਭੌਤਿਕ ਗਤੀਵਿਧੀਆਂ ਉਹਨਾਂ ਦੇ ਅਨੁਸਾਰ ਢਲਣ ਦੇ ਲਈ ਤੁਹਾਨੂੰ ਕਈ ਹਫ਼ਤੇ ਲੱਗ ਜਾਂਦੇ ਆ, ਠੀਕ ਹੈ। ਜੇਕਰ ਤੁਸੀਂ ਜਾਣਾ ਚਾਹੁੰਦੇ ਆ, ਉਹਨੇ ਦੱਸਿਆ ਕਿ ਸਿਖਲਾਈ ਦੇ ਨਾਲ ਤੁਹਾਡੇ ਜਿਹੜੀ ਪੈਦਲ ਯਾਤਰਾ, ਤੁਹਾਡਾ ਫਿਜ਼ੀਕਲ ਸਟੈਮਨਾ, ਤੁਹਾਡਾ ਉੱਥੋਂ ਦੇ ਵਾਤਾਵਰਨ ਦੇ ਅਕੋਰਡਿੰਗਲੀ ਜਿਹੜੀ ਸਿਚੁਏਸ਼ਨ ਦੇ ਨਾਲ ਢਲਣ ਦੀ ਐਬਿਲਿਟੀ ਆ ਉਹ ਤੁਹਾਡੇ ਵਿੱਚ ਆ ਜਿਹੜੀ ਹੋਣੀ ਚਾਹੀਦੀ ਆ। ਕਲਾਈਂਬਰਸ ਨੀਡ ਟੂ ਗੈਟ ਯੂਜ਼ਡ ਟੂ ਦ ਆਕਸੀਜਨ ਸਟਾਰਵਡ ਹਾਈਟਸ ਆਫ ਦ ਮਾਊਂਟੇਨਸ। ਕਲਾਈਂਬਰਸ, ਪਰਬਤਾਂ 'ਤੇ ਚੜ੍ਹਨ ਵਾਲਿਆਂ ਨੂੰ ਕਹਿੰਦਾ ਆਕਸੀਜਨ ਦੀ ਭੁੱਖ ਦੇ ਨਾਲ ਤੁਹਾਨੂੰ ਆਦੀ ਹੋਣਾ ਪੈਂਦਾ। ਇਟ ਮੀਨਸ ਜਦੋਂ ਤੁਸੀਂ ਉੱਪਰ ਜਾਂਦੇ ਆ ਤਾਂ ਉੱਥੇ ਜਾ ਕੇ ਜਿਹੜੀ ਆਕਸੀਜਨ ਘੱਟ ਜਾਂਦੀ ਹੈ। ਮੇ ਬੀ ਦੇ ਹੈਵ ਸਿਲੰਡਰਸ, ਬਟ ਇੱਕ ਵਾਰ ਕੀ ਹੁੰਦਾ ਕਿ ਉੱਥੇ ਜਾ ਕੇ ਆਕਸੀਜਨ ਦੀ ਘਾਟ ਮਹਿਸੂਸ ਹੁੰਦੀ ਆ, ਅਤੇ ਉਸ ਘਾਟ ਦੇ ਤੁਹਾਨੂੰ ਆਦੀ ਹੋਣਾ ਪੈਂਦਾ। ਉਹ ਕਿਵੇਂ ਹੁੰਦੇ ਆ ਤੁਸੀਂ? ਜਦੋਂ ਤੁਸੀਂ ਟਫ ਟ੍ਰੇਨਿੰਗ ਦੌਰਾਨ ਗੁਜ਼ਰਦੇ ਆ, ਬਾਰ ਟ੍ਰੇਨਿੰਗ ਕਰਦੇ ਆ, ਤਾਂ ਤੁਸੀਂ ਉਸ ਚੀਜ਼ ਦੇ ਨਾਲ ਤੁਸੀਂ ਆਦੀ ਹੋ ਜਾਂਦੇ ਆ, ਉਸ ਵਾਤਾਨੁਕੂਲ ਦੇ ਵਿੱਚ ਰਹਿਣਾ ਸਿੱਖ ਜਾਂਦੇ ਆ। ਦ ਰੂਟ ਬਿਟਵੀਨ 26,000 ਐਂਡ 29 to 20 feet ਇਜ਼ ਕਾਲਡ ਦਾ ਡੈਥ ਜ਼ੋਨ। ਹੁਣ ਜਦੋਂ ਮਾਊਂਟ ਐਵਰੈਸਟ 'ਤੇ ਚੜ੍ਹਦੇ ਆ ਤਾਂ ਉਹਦੇ ਵਿਚਕਾਰ 2600 ਤੋਂ ਲੈ ਕੇ 2920 ਤੱਕ ਦਾ ਜਿਹੜਾ ਵਿਚਕਾਰਲਾ ਇਹ 3020 ਫੁੱਟ ਦਾ ਫਾਸਲਾ ਜਿਹੜਾ ਇਹਨੂੰ ਮੌਤ ਦਾ ਖੇਤਰ ਵੀ ਕਿਹਾ ਜਾਂਦਾ ਹੈ। ਐਟ ਦਿਸ ਹਾਈਟ, ਇਸ ਉਚਾਈ ਦੇ ਉੱਪਰ ਦਾ ਬਾਡੀ ਕੈਨ ਨਾਟ ਗੈਟ ਐਨਫ ਆਕਸੀਜਨ, ਇਸ ਉਚਾਈ ਦੇ ਉੱਪਰ ਜਿਹੜਾ
ਸਾਡਾ ਸਰੀਰ ਆ ਉਹ ਜ਼ਿਆਦਾ ਮਾਤਰਾ ਦੇ ਵਿੱਚ ਆਕਸੀਜਨ ਪ੍ਰਾਪਤ ਨਹੀਂ ਕਰ ਸਕਦਾ ਐਂਡ ਬਿਗਨਸ ਟੂ ਬਾਈ ਮਿੰਟ ਅਤੇ ਪਲ ਪਲ ਮਰਨਾ ਸ਼ੁਰੂ ਕਰ ਦਿੰਦਾ ਹੈ। ਦਿਸ ਡਿਸਟੈਂਸ ਮਸਟ ਬੀ ਕਵਰਡ ਇਨ ਲੈਸ ਦੈਨ ਏ ਡੇ ਟੂ ਅਵੋਇਡ ਡੈਮੇਜ ਟੂ ਬੋਡੀ। ਹੁਣ ਕੀ ਕਹਿੰਦਾ ਰਾਈਟਰ ਆ ਜਿਹੜਾ ਕਹਿੰਦਾ ਇਸ ਖਤਰੇ ਤੋਂ ਬਚਣ ਲਈ ਇਹ ਜਿਹੜਾ ਫਾਸਲਾ ਹੈ 2600 ਤੋਂ ਲੈ ਕੇ 2900 ਫੁੱਟ ਦਾ ਇਹਨੂੰ ਤੁਹਾਡਾ ਇੱਕ ਦਿਨ ਦੇ ਵਿੱਚ ਕਵਰ ਕਰਨਾ ਜ਼ਰੂਰੀ ਹੈ। ਹੁਣ ਤੁਸੀਂ ਕਵਰ ਕਿਵੇਂ ਕਰੋਗੇ? ਜੇ ਤੁਹਾਡੀ ਟ੍ਰੇਨਿੰਗ ਟਫ ਆ, ਤੁਹਾਡੇ ਕੋਲ ਸਟੈਮਿਨਾ ਹੈ, ਤੁਸੀਂ ਵਾਤਾਨੁਕੂਲਨ ਹੋ ਚੁੱਕੇ ਹੋ ਉਸਦੇ, ਤਾਂ ਹੀ ਤੁਸੀਂ ਇਹ ਜਿਹੜਾ ਲੈਂਥ ਆ ਉਸ ਨੂੰ ਇੱਕ ਦਿਨ ਦੇ ਵਿੱਚ ਖ਼ਤਮ ਕਰ ਸਕੋਗੇ। ਇਨ ਸਪਾਈਟ ਆਫ ਸਚ ਡੇਂਜਰਸ, ਇਹਨਾਂ ਖਤਰਿਆਂ ਦੇ ਬਾਵਜੂਦ ਦ ਨੰਬਰ ਆਫ ਮਾਊਂਟੇਨੀਅਰਸ ਟੂ ਮਾਊਂਟ ਐਵਰੈਸਟ ਹੈਜ਼ ਬੀਨ ਇਨਕਰੀਜ਼ਡ। ਇਹਨਾਂ ਖਤਰਿਆਂ ਦੇ ਬਾਵਜੂਦ ਕੀ ਕਹਿੰਦਾ, ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਮਾਊਂਟੇਨੀਅਰਸ ਆ ਜਿਹੜੇ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਇਟ ਹੈਜ਼ ਇਨਕਰੀਜ਼ਡ so much that the climbers have to wait for hours for their turn to stand atop the peak। ਕਹਿੰਦਾ ਇਹ ਗਿਣਤੀ ਇੰਨੀ ਵੱਧ ਗਈ ਆ ਕਿ ਮਾਊਂਟ ਐਵਰੈਸਟ 'ਤੇ ਜਾਣ ਵਾਲਿਆਂ ਨੂੰ ਆਪਣੀ ਘੰਟਿਆਂ ਬੱਧੀ ਆਪਣੀ ਵਾਰੀ ਦਾ ਉੱਥੇ ਰੁਕਣ ਲਈ, ਚੋਟੀ 'ਤੇ ਰੁਕਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਦ ਐਕਸਟਰਾ ਟਾਈਮ ਇਨ ਦ ਡੈਥ ਜ਼ੋਨ ਆਲਸੋ ਇਨਕਰੀਜ਼ਜ਼ ਦ ਡੇਂਜਰ। ਕੀ ਕਹਿੰਦਾ ਜਿਹੜਾ ਮੌਤ ਵਾਲੇ ਖਤਰੇ ਦੇ ਵਿਚਕਾਰ ਸਮਾਂ ਵੱਧਦਾ ਹੈ, ਜਦੋਂ ਉਹਨਾਂ ਨੂੰ ਉੱਪਰ ਜਾਣ ਲਈ ਵੇਟ ਕਰਨਾ ਪੈਂਦਾ ਅਤੇ ਉਹਨਾਂ ਨੂੰ ਡੈਥ ਜ਼ੋਨ ਦੇ ਏਰੀਆ ਜਿਹੜਾ ਉਹਦੇ ਵਿੱਚ ਜ਼ਿਆਦਾ ਲੰਬਾ ਟਾਈਮ ਰੁਕਣਾ ਪੈਂਦਾ, ਇਸ ਦੇ ਨਾਲ ਕਹਿੰਦਾ ਉਹਨਾਂ ਦੀ ਜ਼ਿੰਦਗੀ ਦਾ ਖਤਰਾ ਵੱਧਦਾ। ਬਟ ਇਟ ਡਜ਼ ਨਾਟ ਡੈਟਰ ਦੇਅਰ ਐਡਵੈਂਚਰਸ ਸਪਿਰਿਟ। ਪਰ ਕੀ ਆ ਕਿ ਇਹ ਜਿਹੜੇ ਕਲਾਈਂਬਰਸ ਆ ਉਹਨਾਂ ਦੀ ਖਤਰੇ ਭਰੀ, ਜੋਖਮ ਭਰੀ ਸਪਿਰਿਟ ਆ ਜਿਹੜੀ ਉਹਨਾਂ ਦੇ ਵਿੱਚ ਇੱਕ ਭਾਵਨਾ ਉਹਨੂੰ ਨਹੀਂ ਰੋਕ ਸਕਦਾ। ਹੋਲਡ ਬੈਕ ਮੀਨਸ ਡੈਟਰਸ। ਸੋ ਸਟੂਡੈਂਟਸ, ਰਿਵਾਈਜ਼ ਦਿਸ ਲੈਸਨ properly and understand the meaning of the new words that are new in this chapter. Thank you.